Hello students. Beta today we will start lesson 12 friction, the MCQ part. So before starting, just have a quick recap of what we have done in this chapter, the friction. So what is friction? Friction ਕੀ ਹੈ? ਇਸ ਨੂੰ ਸਮਝਣ ਲਈ ਕੁਝ ਐਗਜ਼ਾਮਪਲਸ ਲੈਂਦੇ ਆ। ਬੇਟਾ ਸਾਈਕਲ ਤੁਸੀਂ ਸਾਰਿਆਂ ਨੇ ਚਲਾਇਆ ਹੋਏਗਾ, ਚਲਾਉਂਦੇ ਹੋ। ਅਗਰ ਤੁਹਾਨੂੰ ਕੋਈ ਪਿੱਛੋਂ ਦੀ ਚਲਦੇ ਸਾਈਕਲ ਤੇ ਤੁਸੀਂ ਸਾਈਕਲ ਚਲਾ ਰਹੇ ਹੋ ਔਰ ਪਿੱਛੋਂ ਕੋਈ ਧੱਕਾ ਮਾਰ ਦੇਵੇ ਤਾਂ ਤੁਹਾਡੀ ਸਪੀਡ ਜੋ ਹੈ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਏਗੀ। ਠੀਕ ਹੈ, ਵੱਧ ਜਾਏਗੀ, ਤੁਸੀਂ ਸਾਈਕਲ ਜਿਹੜਾ ਹੈ ਤੇਜ਼ ਚਲਾਉਣ ਲੱਗ ਜਾਓਗੇ। ਇਸੇ ਤਰ੍ਹਾਂ ਹੀ ਅਗਰ ਤੁਹਾਨੂੰ ਸਾਹਮਣੇ ਤੋਂ ਆ ਕੇ ਕੋਈ ਰੋਕੇ, ਤੁਹਾਡੇ ਸਾਈਕਲ ਦੇ ਹੈਂਡਲ ਨੂੰ ਪਕੜ ਕੇ ਖੜਾ ਹੋ ਜਾਵੇ, ਤੁਸੀਂ ਚਲਾ ਰਹੇ ਹੋ ਸਾਈਕਲ ਹੈ ਨਾ ਸਲੋਲੀ, ਤਾਂ ਸਾਈਕਲ ਜਿਹੜਾ ਹੈ ਉਹ ਸਲੋ ਹੋ ਕੇ ਤੇ ਮੂਵ ਕਰਨਾ ਬੰਦ ਕਰ ਜਾਏਗਾ। ਤਾਂ ਤੁਸੀਂ ਮਹਿਸੂਸ ਕਰੋਗੇ ਕਿ ਕੋਈ ਫੋਰਸ ਜਿਹੜੀ ਹੈ ਉਹ ਤੁਹਾਨੂੰ, ਉਹ ਇੱਕ ਫੋਰਸ ਅਪਲਾਈ ਕਰਨਗੇ ਜੋ ਤੁਹਾਨੂੰ ਰੋਕਣਗੇ। ਤਾਂ ਉਹ ਜਿਹੜੀ ਫੋਰਸ ਦੀ ਵਜ੍ਹਾ ਦੇ ਨਾਲ ਤੁਸੀਂ ਸਾਈਕਲ ਅੱਗੇ ਨਹੀਂ ਚਲਾ ਪਾਓਗੇ, ਤੁਹਾਡੀ ਸਪੀਡ ਸਲੋ ਹੋ ਜਾਏਗੀ। ਤਾਂ ਤੁਹਾਡੀ ਜਿਹੜੀ ਫੋਰਸ ਹੈ, ਜੋ ਤੁਹਾਡਾ ਸਾਈਕਲ ਹੈ, ਉਹ ਕਿਸੇ ਫੋਰਸ ਨੇ, ਕਿਸੇ ਤਾਕਤ ਨੇ ਰੋਕ ਲਿਆ, ਜੋ ਉਹਨਾਂ ਨੇ ਲਗਾਈ ਸਾਹਮਣੇ ਵਾਲੇ ਨੇ। ਠੀਕ ਹੈ, ਦ ਫੋਰਸ ਵਿਚ ਆਲਵੇਜ਼ ਅਪੋਜ਼ਸ ਦਾ ਮੋਸ਼ਨ। ਤੁਹਾਡੀ ਜਿਹੜੀ ਮੋਸ਼ਨ ਸੀਗੀ, ਤੁਸੀਂ ਸਿੱਧੇ ਜਾ ਰਹੇ ਸੀ, ਬਟ ਸਾਹਮਣੇ ਤੋਂ ਆ ਕੇ ਜਦੋਂ ਫੋਰਸ ਲੱਗੀ ਤਾਂ ਤੁਹਾਡੀ ਜਿਹੜੀ ਪੋਜੀਸ਼ਨ ਹੈ ਜਾਂ ਤੁਹਾਡੀ ਜਿਹੜੀ ਮੂਵਮੈਂਟ ਆ ਉਹ ਰੁਕ ਗਈ। ਮੂਵਮੈਂਟ ਨੂੰ ਰੋਕਿਆ ਇੱਕ ਫੋਰਸ ਨੇ, ਔਰ ਫੋਰਸ ਲੱਗੀ ਹੈ ਤੁਹਾਡੀ ਮੋਸ਼ਨ ਦੇ ਆਪੋਜ਼ਿਟ। ਯਾਨੀ ਤੁਸੀਂ ਸਿੱਧੇ ਅਗਰ ਜਾ ਰਹੇ ਸੀਗੇ ਤਾਂ ਉਲਟੀ ਡਾਇਰੈਕਸ਼ਨ ਵਿੱਚੋਂ ਜਦੋਂ ਤੁਹਾਨੂੰ ਫੋਰਸ ਲੱਗੀ ਤਾਂ ਤੁਹਾਡੀ ਸਪੀਡ ਵੀ ਘਟ ਗਈ ਔਰ ਤੁਸੀਂ ਰੁਕ ਗਏ। ਤਾਂ ਇਹ ਜਿਹੜੀ ਫੋਰਸ ਲੱਗੀ ਹੈ, ਅਪਲਾਈ ਹੋਈ ਹੈ ਤੁਹਾਡੇ ਤੇ ਜਾਂ ਤੁਹਾਡੀ ਸਾਈਕਲ ਤੇ, ਦੈਟ ਫੋਰਸ ਇਜ਼ ਫ੍ਰਿਕਸ਼ਨ, ਜੋ ਕਿ ਸਰਫੇਸਿਸ ਦੇ ਵਿਚਕਾਰ ਐਕਟ ਕਰਦੀ ਹੈ। ਅਗਰ ਡੈਫੀਨੇਸ਼ਨ ਲਈਏ ਅਸੀਂ, ਦ ਫੋਰਸ ਵਿਚ ਆਲਵੇਜ਼ ਅਪੋਜ਼ਸ ਦ ਮੋਸ਼ਨ ਆਫ ਵਨ ਆਬਜੈਕਟ ਓਵਰ ਅਨਦਰ ਇਨ ਕੰਟੈਕਟ। ਉਹ ਫੋਰਸ ਜਿਹੜੀ ਕਿ ਹਮੇਸ਼ਾ ਅਪੋਜ਼ ਕਰਦੀ ਹੈ ਕੋਈ ਮੂਵਮੈਂਟ ਨੂੰ, ਇੱਕ ਆਬਜੈਕਟ ਨੂੰ ਦੂਸਰੇ ਆਬਜੈਕਟ ਦੇ ਕੰਟੈਕਟ ਵਿੱਚ, ਜੋ ਕਿ ਦੋਨੋਂ ਆਪਸ ਵਿੱਚ ਜਿਹੜੇ ਕੰਟੈਕਟ ਵਿੱਚ ਆਉਣਗੇ। ਸੋ ਫ੍ਰਿਕਸ਼ਨ ਜੋ ਹੈ that occurs between the two surfaces which are in contact with each other। ਜਿਹੜੇ ਦੋ ਸਰਫੇਸਿਸ ਕੰਟੈਕਟ ਦੇ ਵਿੱਚ ਹੁੰਦੇ ਆ ਉੱਥੇ ਫ੍ਰਿਕਸ਼ਨ ਜਿਹੜੀ ਹੈ ਹੁੰਦੀ ਹੈ। ਜਿਵੇਂ ਤੁਸੀਂ ਅਗਰ ਕੋਈ ਹੈਵੀ ਬਾਕਸ ਹੈ ਜੋ ਕਿ ਫਰਸ਼ ਤੇ ਪਿਆ ਹੈ, ਇਟ ਇਜ਼ ਕੈਪਟ ਔਨ ਦ ਫਲੋਰ, ਔਰ ਤੁਸੀਂ ਉਸਨੂੰ ਆਪਣੇ ਤੋਂ ਦੂਰ ਵਾਲੇ ਪਾਸੇ ਧਕੇਲਦੇ ਹੋ, ਸੋ ਦੈਟ ਇਜ਼ ਅ ਪੁਸ਼। ਤੁਸੀਂ ਉਸ ਬਾਕਸ ਨੂੰ ਪੁਸ਼ ਕਰ ਰਹੇ ਹੋ। ਇਹ ਵੀ ਇੱਕ ਤਰ੍ਹਾਂ ਦੀ ਫੋਰਸ ਹੈ। ਫੋਰਸ ਚੈਪਟਰ ਵਿੱਚ ਪੜ੍ਹਿਆ ਕਿ ਫੋਰਸ ਇਜ਼ ਅ ਪੁਸ਼ ਔਰ ਪੁੱਲ। ਠੀਕ ਹੈ, ਤਾਂ ਫੋਰਸ ਲਗਾਈ ਤੁਸੀਂ ਆਪੋਜ਼ਿਟ ਡਾਇਰੈਕਸ਼ਨ ਤੇ ਸਰਫੇਸ ਜਿਹੜਾ ਹੈ, ਫਲੋਰ ਦਾ ਸਰਫੇਸ, ਉਹ ਵੀ ਕੋਈ ਨਾ ਕੋਈ ਫੋਰਸ ਜਿਹੜੀ ਹੈ ਬਾਕਸ ਤੇ ਲਗਾ ਰਿਹਾ। ਤਾਂ ਜੋ ਬਾਕਸ ਉਸਦੇ ਕੰਟੈਕਟ ਵਿੱਚ ਪਿਆ, ਤਾਂ ਉਹ ਫੋਰਸ ਜਿਹੜੀ ਹੈ ਉਹ ਤੁਹਾਡੀ ਪੁਸ਼ ਨੂੰ ਧਕੇਲਦੀ ਹੈ, ਤੁਹਾਨੂੰ ਅਪੋਜ਼ ਕਰਦੀ ਹੈ। ਤਾਂ ਇਹ ਬਾਕਸ ਹੈ। ਅਗਰ ਤੁਸੀਂ ਬਾਕਸ ਨੂੰ ਪੁੱਲ ਕਰ ਰਹੇ ਹੋ ਤਦ ਉਸ ਡਾਇਰੈਕਸ਼ਨ ਦੇ ਵਿੱਚ ਵੀ ਤੁਸੀਂ ਇਸ ਨੂੰ ਕਹੋਗੇ, ਤੁਸੀਂ ਖਿੱਚ ਰਹੇ ਹੋ ਜਿਵੇਂ ਬਾਕਸ ਨੂੰ, ਉਸ ਡਾਇਰੈਕਸ਼ਨ ਦੇ ਵੀ ਫ੍ਰਿਕਸ਼ਨ ਦੀ ਜਿਹੜੀ ਫੋਰਸ ਹੈ ਉਹ ਲੱਗੇਗੀ ਇਨ ਦਾ ਆਪੋਜ਼ਿਟ ਡਾਇਰੈਕਸ਼ਨ। ਤੋਂ ਬੇਸਿਕਲੀ ਫ੍ਰਿਕਸ਼ਨ ਦੀ ਫੋਰਸ ਜਿਹੜੀ ਹੈ ਉਹ ਮੋਸ਼ਨ ਨੂੰ ਅਪੋਜ਼ ਕਰਦੀ ਹੈ, ਔਰ ਜਿਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਫੋਰਸ ਲਗਾਈ ਹੈ, ਫ੍ਰਿਕਸ਼ਨਲ ਫੋਰਸ ਉਸ ਦੇ ਆਪੋਜ਼ਿਟ ਹੁੰਦੀ ਹੈ। ਯਾਨੀ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਮੂਵਮੈਂਟ ਹੋ ਰਹੀ ਹੈ, ਮੋਸ਼ਨ ਹੋ ਰਹੀ ਹੈ ਕਿਸੇ ਆਬਜੈਕਟ ਦੀ, ਉਸ ਤੋਂ ਠੀਕ ਉਲਟ ਡਾਇਰੈਕਸ਼ਨ ਦੇ ਵਿੱਚ, ਉਲਟ ਮਤਲਬ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਵੀ ਫ੍ਰਿਕਸ਼ਨਲ ਫੋਰਸ ਲੱਗੇਗੀ। ਸੋ ਦ ਫੋਰਸ ਆਫ ਫ੍ਰਿਕਸ਼ਨ always opposes the motion of one object over another object, and the force of friction, it acts in a direction opposite to the direction in which an object moves, or we can say it tends to move। ਇਸੇ ਤਰ੍ਹਾਂ ਹੀ ਸੈਕੰਡ ਐਗਜ਼ਾਮਪਲ ਅਸੀਂ ਲੈਂਦੇ ਹਾਂ। ਜਦੋਂ ਤੁਸੀਂ ਕ੍ਰਿਕਟ ਖੇਡਦੇ ਹੋ ਬੱਚੇ, ਤਾਂ ਜਦੋਂ ਬੋਲਿੰਗ ਕਰਕੇ ਬਾਲ ਜਿਹੜੀ ਹੈ ਗਰਾਊਂਡ ਦੇ ਵਿੱਚ ਜਾ ਰਹੀ ਹੈ, ਤਾਂ ਇਨੀਸ਼ੀਅਲੀ ਉਹਦੀ ਸਪੀਡ ਬਹੁਤ ਤੇਜ਼ ਹੁੰਦੀ ਹੈ, ਬਟ ਸਲੋਲੀ ਹੌਲੀ ਹੌਲੀ ਕਰਦੇ ਕਰਦੇ ਉਹ ਬਾਲ ਜਿਹੜੀ ਹੈ ਰੁਕ ਜਾਂਦੀ ਹੈ। ਤਾਂ ਜਿਹੜਾ ਬਾਲ ਦਾ ਰੁਕਣ ਦਾ ਕੀ ਕਾਰਨ ਹੈ? ਕਿਉਂਕਿ ਬਾਲ ਤੇ ਜਿਹੜਾ ਗਰਾਊਂਡ ਹੈ, ਦੋਨਾਂ ਦੇ ਸਰਫੇਸਿਸ ਇਨ ਕੰਟੈਕਟ ਵਿੱਚ ਹੈਗੇ ਆ, ਔਰ ਬਾਲ ਜਿਸ ਡਾਇਰੈਕਸ਼ਨ 'ਚ ਮੂਵ ਕਰ ਰਹੀ ਹੈ ਉਸ ਤੋਂ ਉਲਟ ਹੀ ਫ੍ਰਿਕਸ਼ਨਲ ਫੋਰਸ ਵੀ ਅਪਲਾਈ ਹੋ ਰਹੀ ਹੈ, ਜੋ ਕਿ ਉਸ ਤੇ ਐਕਟ ਕਰ ਰਹੀ ਹੈ ਬਾਲ ਤੇ। ਤਾਂ ਦੋਨੋਂ ਚੀਜ਼ਾਂ ਆਪੋਜ਼ਿਟ ਆ। ਤਾਂ ਇੱਕ ਟਾਈਮ ਆਏਗਾ ਜਦੋਂ ਕਿ ਫ੍ਰਿਕਸ਼ਨਲ ਫੋਰਸ ਦੀ ਵਜ੍ਹਾ ਦੇ ਨਾਲ ਜਿਹੜੀ ਮੂਵਮੈਂਟ ਆਫ ਬਾਲ ਹੈ ਉਹ ਰੁਕ ਜਾਏਗੀ। ਦ ਬਾਲ ਵਿਲ ਅਲਟੀਮੇਟਲੀ ਸਟਾਪ। ਤਾਂ ਫ੍ਰਿਕਸ਼ਨ ਜਿਹੜੀ ਹੈ ਉਸਦੇ ਉਲਟ ਦਿਸ਼ਾ ਦੇ ਵਿੱਚ ਲੱਗੀ ਹੈ, ਜਿਸ ਦਿਸ਼ਾ ਦੇ ਵਿੱਚ, ਜਿਸ ਡਾਇਰੈਕਸ਼ਨ ਦੇ ਵਿੱਚ ਬਾਲ ਜਾ ਰਹੀ ਸੀ, ਉਸ ਤੋਂ ਆਪੋਜ਼ਿਟ ਸਾਈਡ ਤੇ ਲੱਗੀ ਹੈ। ਸੋ ਬੱਚੇ ਫ੍ਰਿਕਸ਼ਨ ਜੋ ਹੈ ਉਹ ਇਟ ਡਿਪੈਂਡਸ ਅਪॉन, ਆਲਸੋ ਡਿਪੈਂਡਸ ਔਨ ਦ ਸਰਫੇਸਿਸ ਤੇ कि smoothness and roughness of surface। अगर surface rough है तो the friction will be more, and अगर surface is smooth then the friction will be less।
ਇਸੇ ਕਰਕੇ ਹੀ ਬਨਾਨਾ ਪੀਲ ਤੇ ਸਲਿਪ ਹੋ ਜਾਂਦੇ ਆ, ਇਸੇ ਕਰਕੇ ਸਲਿਪ ਹੁੰਦੇ ਆ ਕਿਉਂਕਿ ਉੱਥੇ ਫ੍ਰਿਕਸ਼ਨ ਇਜ਼ ਲੈਸ। ਦੈਟਸ ਵਾਈ ਵੀ ਸਲਿਪ ਔਨ ਦਾ ਬਨਾਨਾ ਪੀਲ। ਕੇਲੇ ਦੇ ਛਿਲਕੇ ਤੋਂ ਸਾਡਾ ਪੈਰ ਫਿਸਲ ਜਾਂਦਾ ਹੈ ਕਿਉਂਕਿ ਫ੍ਰਿਕਸ਼ਨ ਉੱਥੇ ਰਿਡਿਊਸ ਹੋ ਜਾਂਦੀ ਹੈ। ਰਫਨੈਸ ਜਿਹੜੀ ਹੈ ਸਰਫੇਸਿਸ ਦੀ, ਉਹ ਡਿਪੈਂਡ ਕਰਦੀ ਹੈ ਬੇਟਾ ਅਪੋਨ ਦਾ ਪਿਟਸ, ਅਪੋਨ ਦਾ ਇਰਰੈਗੂਲੈਰਿਟੀਜ਼ ਜਿਹੜੀਆਂ ਹੈ ਸਰਫੇਸ ਦੇ ਵਿੱਚ। ਕਈ ਵਾਰੀ ਸਾਨੂੰ ਦਿਖਦਾ ਨਹੀਂ ਹੈ, ਸਰਫੇਸ ਲੱਗਦਾ ਕਿ ਇਹ ਤਾਂ ਸਮੂਥ ਸਰਫੇਸ ਹੈ, ਬਟ ਅਗਰ ਉਹਨਾਂ ਦਾ ਮਾਈਕਰੋਸਕੋਪਿਕ ਦੇਖਿਆ ਜਾਵੇ ਤਾਂ ਇਟ ਹੈਜ਼ ਪਿਟਸ ਇਨ ਇਟ, ਛੋਟੇ 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 ਪਿਟਸ ਹੁੰਦੇ ਆ ਜਿਹਦੇ ਕਰਕੇ ਇਰਰੈਗੂਲੈਰਿਟੀਜ਼ ਵੱਧਦੀਆਂ ਹੈ। ਜੋ ਸਰਫੇਸ ਦੀਆਂ ਇਰਰੈਗੂਲੈਰਿਟੀਜ਼ ਹੁੰਦੀਆਂ ਦੋ ਸਰਫੇਸਿਸ ਦੀ, ਤਾਂ ਉਹ ਵੀ ਮੋਸ਼ਨ ਨੂੰ ਅਪੋਜ਼ ਕਰਦੀਆਂ, ਤਾਂ ਇੰਟਰਲੋਕਿੰਗ ਹੋ ਜਾਂਦੀ ਹੈ। ਜਾਂ ਸਰਫੇਸ ਅਸੀਂ ਕਹਿ ਸਕਦੇ ਹਾਂ ਕਿ ਜੋ ਕੰਟੈਕਟ ਵਿੱਚ ਦੋ ਸਰਫੇਸ ਹੈ ਇਰਰੈਗੂਲੈਰਿਟੀਜ਼ ਦੀ ਵਜ੍ਹਾ ਦੇ ਨਾਲ ਉਹ ਲੌਕ ਹੋ ਜਾਂਦੇ ਆ ਜਾਂ ਇੰਟੈਂਗਲ ਹੋ ਜਾਂਦੇ ਆ। ਤਾਂ ਹੁਣ ਤੱਕ ਅਸੀਂ ਕੀ ਸਿੱਖਿਆ ਕਿ ਦਾ ਫੋਰਸ ਆਫ ਫ੍ਰਿਕਸ਼ਨ ਹੈ, ਇਟ ਐਕਟਸ ਇਨ ਅ ਡਾਇਰੈਕਸ਼ਨ opposite to the direction of motion of an object. And secondly, friction is caused by the interlocking of irregularities in the surfaces of two objects which are in contact with each other. ਜਿਹੜੇ ਦੋ ਆਪਸ ਦੇ ਸਰਫੇਸਿਸ ਇਨ ਕੰਟੈਕਟ ਵਿੱਚ ਆ, ਫ੍ਰਿਕਸ਼ਨ ਉਹਦੇ ਵਜ੍ਹਾ ਨਾਲ ਹੁੰਦੀ ਹੈ। ਐਂਡ the friction ਜਿਹੜੀ ਹੈ it depends upon the nature of the two surfaces, whether the surface is smooth or rough। ਮਤਲਬ ਕਿ smoothness or roughness of the two surfaces ਤੇ ਡਿਪੈਂਡ ਕਰਦੀ ਹੈ। ਤੁਸੀਂ ਯਾਦ ਰੱਖਣਾ ਜਿੰਨਾ ਜ਼ਿਆਦਾ ਸਮੂਥ ਹੋਏਗਾ, ਤਿਲਕਵਾਂ ਹੋਏਗਾ ਸਰਫੇਸ, ਉਨੀ ਹੀ ਜ਼ਿਆਦਾ ਫ੍ਰਿਕਸ਼ਨ ਜਿਹੜੀ ਹੈ ਉਹ ਲੈਸ ਹੋਏਗੀ, ਜਿਹਦੀ ਵਜ੍ਹਾ ਦੇ ਨਾਲ ਪੈਰ ਸਲਿਪ ਹੋ ਜਾਂਦਾ। ਜਿਵੇਂ ਜਿੱਥੇ ਕਿੱਚੜ ਜਾਂ ਗਾਰਾ ਹੁੰਦਾ ਹੈਗਾ, ਚਿੱਕੜ ਹੋਰ ਗਾਰਾ ਹੁੰਦਾ ਹੈਗਾ, ਉੱਥੇ ਪੈਰ ਰੇਨੀ ਸੀਜ਼ਨ ਦੇ ਵਿੱਚ ਜਲਦੀ ਸਲਿਪ ਕਰਦਾ ਹੈ ਐਜ਼ ਕੰਪੇਅਰ ਟੂ ਜਿੱਥੇ ਕਿ ਵੇਅਰ ਗ੍ਰਾਸ ਇਜ਼ ਪ੍ਰੈਜ਼ੈਂਟ। ਜਿੱਥੇ ਘਾਹ ਲੱਗਿਆ ਹੁੰਦਾ ਉੱਥੇ ਤੁਹਾਡਾ ਪੈਰ ਨਹੀਂ ਸਲਿਪ ਕਰੇਗਾ, ਤੇ ਜਿੱਥੇ ਖਾਲੀ ਮਿੱਟੀ ਹੋਏਗੀ ਉੱਥੇ ਤੁਹਾਡਾ ਪੈਰ ਸਲਿਪ ਕਰੇਗਾ, ਕਿਉਂਕਿ ਜਿਹੜਾ ਗ੍ਰਾਸ ਹੈ ਇਟ ਇਜ਼ ਆਫਰਿੰਗ ਫ੍ਰਿਕਸ਼ਨ, more friction because it is a rough surface, and ਜਿੱਥੇ ਗਾਰਾ ਹੋਏਗਾ ਉਹ that is a smooth surface and it will ਉੱਥੇ ਜਿਹੜੀ ਹੈ friction ਜਿਹੜੀ ਹੈ ਉਹ reduce ਹੋ ਜਾਏਗੀ। so that's why ਪੈਰ ਜਿਹੜਾ ਹੈ ਉਹ slip ਕਰ ਦਿੰਦਾ। तो nature ਜਿਹੜੀ ਹੈ two surfaces ਉਹ ਮਾਇਨੇ ਰੱਖਦੀ ਹੈਗੀ ਹੈ। it is a deciding factor ਕਿ smoothness or roughness ਜਿਹੜੀ ਹੈ ਤਾਂ friction will be less or more। and second ਜਿਹੜਾ the force ਜਿਹੜਾ which two surfaces are pressed together, ਦੋ ਜਿਹੜੇ surfaces contact ਦੇ ਵਿੱਚ ਹੈਗੇ ਆ, ਇਸ ਤੇ ਵੀ ਫ੍ਰਿਕਸ਼ਨਲ ਫੋਰਸ ਡਿਪੈਂਡ ਕਰਦੀ ਹੈ ਕਿ ਅਮਾਊਂਟ ਆਫ ਸਰਫੇਸ ਏਰੀਆ ਕਿੰਨਾ ਹੈ। ਜ਼ਿਆਦਾ ਅਮਾਊਂਟ ਆਫ ਸਰਫੇਸ ਏਰੀਆ ਹੋਏਗਾ ਤੇ ਫ੍ਰਿਕਸ਼ਨ ਜਿਹੜੀ ਹੈ ਉਹ ਜ਼ਿਆਦਾ ਹੋਏਗੀ, ਐਂਡ ਲੈਸ ਹੋਏਗਾ ਤਾਂ ਇਟ ਵਿਲ ਬੀ ਲੈਸ। ਇਸ ਤੋਂ ਬਾਅਦ ਅਸੀਂ ਕੁਝ ਡਿਸਕਸ ਕੀਤੀਆਂ ਸੀ ਐਡਵਾਂਟੇਜਸ ਆਫ ਫ੍ਰਿਕਸ਼ਨ ਦੀ, ਕਿ ਫ੍ਰਿਕਸ਼ਨ ਕਿਉਂ ਜ਼ਰੂਰੀ ਹੈ। ਤਾਂ ਅਗਰ ਫ੍ਰਿਕਸ਼ਨ ਜਿਹੜੀ ਹੈ ਦੈਟ ਅਨੇਬਲਸ ਅਸ ਟੂ ਵਾਕ ਵਿਦਆਊਟ ਸਲਿਪਿੰਗ, ਬਿਨਾਂ ਗਿਰੇ ਬਿਨਾਂ ਸਲਿਪ ਕਰੇ ਅਸੀਂ ਰੋਜ਼ ਤੁਰ ਸਕਦੇ ਹਾਂ। ਅਦਰਵਾਈਜ਼ ਅਗਰ ਫ੍ਰਿਕਸ਼ਨ ਨਾ ਹੁੰਦੀ ਤਾਂ we were not able to walk on the ground। ਠੀਕ ਹੈ, we are able to walk on the ground only because friction is there। ਫ੍ਰਿਕਸ਼ਨ ਕਿੱਥੇ ਹੈ? ਬਿਟਵੀਨ ਦਾ ਸੋਲ, ਸਾਡੇ ਸ਼ੂਜ਼ ਦੇ ਵਿੱਚ ਜਿਹੜਾ ਸੋਲ ਲੱਗਿਆ ਹੋਇਆ, ਪਤਾਵਾ ਜਿਹਨੂੰ ਕਹਿੰਦੇ ਆ ਬੈਕ ਸਾਈਡ ਤੇ, ਦਾ ਸੋਲ ਆਫ ਆਰ ਸ਼ੂਜ਼ ਐਂਡ ਗਰਾਊਂਡ, ਸੋ ਇਟ ਪ੍ਰੀਵੈਂਟਸ ਦ ਸਲਿਪਿੰਗ ਓਵਰ ਦਾ ਗਰਾਊਂਡ। ਸਿਮਿਲਰਲੀ ਫ੍ਰਿਕਸ਼ਨ ਜਿਹੜੀ ਹੈ, ਜਿਸ ਤਰ੍ਹਾਂ ਟਾਇਰਸ ਮੂਵ ਕਰਦੇ ਆ, ਟਾਇਰਸ ਦੀ ਡਾਇਰੈਕਸ਼ਨ ਦੇਖੋ ਕਿਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ, ਜਦੋਂ ਵੀਲ ਗੋਲ ਹੋ ਕੇ ਸਰਕਲ ਆਉਂਦਾ ਹੈ ਤਾਂ ਉਹ ਬੈਕ ਸਾਈਡ ਵੱਲ ਮੂਵ ਕਰ ਰਿਹਾ ਹੁੰਦਾ, ਐਂਡ ਫ੍ਰਿਕਸ਼ਨਲ ਫੋਰਸ ਜਿਹੜੀ ਹੈ ਉਹ ਐਕਟ ਕਰ ਰਹੀ ਹੈ ਇਨ ਦਾ ਫਾਰਵਰਡ ਡਾਇਰੈਕਸ਼ਨ। ਤਾਂ ਫਿਰ ਜਿਹੜਾ ਵੀਲ ਹੈ ਉਹ ਬੈਕਵਰਡ ਡਾਇਰੈਕਸ਼ਨ 'ਚ ਜਾਂਦਾ। ਪਹੀਏ ਦੇਖਿਓ ਧਿਆਨ ਨਾਲ, ਜਦੋਂ ਕਾਰ ਮੂਵ ਕਰਦੀ ਹੈ ਤਾਂ ਅਲਟੀਮੇਟਲੀ ਜਦੋਂ ਗਰਾਊਂਡ ਨੂੰ ਟੱਚ ਕਰਦੀ ਹੈ ਤਾਂ ਉਸ ਟਾਈਮ ਉਸ ਦੀ ਮੂਵਮੈਂਟ ਜਿਹੜੀ ਹੁੰਦੀ ਹੈ ਟਾਇਰ ਦੀ, ਦੈਟ ਇਜ਼ ਇਨ ਬੈਕਵਰਡ ਡਾਇਰੈਕਸ਼ਨ। ਐਂਡ ਇਸੇ ਕਰਕੇ ਸਾਨੂੰ ਪਤਾ ਹੈ ਕਿ ਫ੍ਰਿਕਸ਼ਨ ਜਿਹੜੀ ਹੈ ਉਹ ਐਕਟ ਕਰਦੀ ਹੈ ਇਨ ਦਾ ਆਪੋਜ਼ਿਟ ਡਾਇਰੈਕਸ਼ਨ। ਤਾਂ ਉਹ ਇਟ ਵਿਲ, ਇਸ ਕਰਕੇ ਕਾਰ ਜਿਹੜੀ ਹੈ ਜਾਂ ਵਹੀਕਲ ਜਿਹੜੇ ਹੈ ਮੂਵ ਕਰਦੇ ਆ, ਤੁਸੀਂ ਸਾਈਕਲ ਨੂੰ ਅੱਗੇ ਮੂਵ ਕਰ ਸਕਦੇ ਹੋ ਓਨਲੀ ਬਿਕੋਜ਼ ਆਫ ਫ੍ਰਿਕਸ਼ਨ। ਐਂਡ ਇਸੇ ਤਰ੍ਹਾਂ ਹੀ ਅਸੀਂ ਜਦੋਂ ਬ੍ਰੇਕ ਸਪਲਾਈ ਕਰਦੇ ਹਾਂ ਤਾਂ ਜਿਹੜੀ ਤੁਹਾਡੀ ਬ੍ਰੇਕ ਪੈਡਸ ਲੱਗੇ ਹੁੰਦੇ ਆ ਸਾਈਕਲ ਦੇ, ਬੇਟਾ ਸਾਰੇ ਨੇ ਦੇਖੇ ਹੋਏ ਆ ਨਾ, ਸਭ ਕੋਲ ਸਾਈਕਲ ਹੈ, ਸਭ ਨੇ ਦੇਖੇ ਹੋਏ ਆ ਕਿ ਬ੍ਰੇਕ ਪੈਡਸ ਹੁੰਦੇ ਆ, ਔਰ ਜਦੋਂ ਤੁਸੀਂ ਮੂਵਮੈਂਟ ਕਰ ਰਹੇ ਹੈਗੇ ਉਸ ਟਾਈਮ ਤੱਕ ਸਾਈਕਲ ਚੱਲਦਾ ਰਹਿੰਦਾ ਹੈ, ਬਟ ਜਿਸ ਤਰ੍ਹਾਂ ਹੀ ਤੁਸੀਂ ਬ੍ਰੇਕ ਲਗਾਉਣੀ ਹੈ ਤਾਂ ਉਹ ਜਿਹੜੇ ਬ੍ਰੇਕ ਪੈਡਸ ਹੁੰਦੇ ਆ ਉਹ ਰਿਮ, ਜਿਹੜਾ ਸਾਈਕਲ ਦਾ ਰਿਮ ਹੈ, ਉੱਥੇ ਆ ਕੇ ਉਸਨੂੰ ਜਕੜ ਲੈਂਦੇ ਆ। ਤਾਂ ਇਸੇ ਵਜ੍ਹਾ ਦੇ ਨਾਲ ਹੀ ਬ੍ਰੇਕਾਂ ਲੱਗ ਸਕਦੀਆਂ। ਤਾਂ ਬ੍ਰੇਕਸ ਆਫ ਦ ਬਾਈਸਾਈਕਲ ਆਲਸੋ ਵਰਕ ਬਾਈ ਫ੍ਰਿਕਸ਼ਨ। ਇਸੇ ਤਰ੍ਹਾਂ ਹੀ ਤੁਸੀਂ ਪੇਪਰ ਨਾਲ, ਚੌਕ ਨਾਲ, ਬੋਰਡ 'ਤੇ ਪੈਨਸਿਲ ਜਾਂ ਪੈਨ ਦੇ ਨਾਲ ਪੇਪਰ 'ਤੇ ਲਿਖ ਸਕਦੇ ਹੋ, ਬਿਕੋਜ਼ ਫ੍ਰਿਕਸ਼ਨ ਜਿਹੜੀ ਹੈ ਇਟ ਇਜ਼ ਦੇਅਰ ਬਿਟਵੀਨ ਦਾ ਟਿਪ ਆਫ ਦਾ ਪੈਨਸਿਲ ਐਂਡ ਪੇਪਰ। ਸੋ ਦੋ ਕੰਟੈਕਟ ਸਰਫੇਸਿਸ ਕਿਹੜੇ ਹੋਏ ਬੱਚੇ? ਇੱਕ ਤਾਂ ਟਿਪ ਆਫ ਦਾ ਪੈਨਸਿਲ ਹੋ ਗਈ ਜਿਹਦੇ ਨਾਲ ਤੁਸੀਂ ਲਿਖ ਰਹੇ ਹੋ, ਐਂਡ ਜਿਸ 'ਤੇ ਲਿਖ ਰਹੇ ਹੋ ਪੇਪਰ। ਸੋ ਦੇਅਰ ਫੋਰਸ ਜਿਹੜੀ ਹੈ ਉਹ ਉਸ 'ਤੇ ਐਕਟ ਕਰਦੀ ਹੈ, ਐਂਡ ਫ੍ਰਿਕਸ਼ਨਲ ਫੋਰਸ ਇਜ਼ ਦੇਅਰ। ਤਾਂ ਬੇਟਾ ਇੱਥੇ ਇੱਕ ਐਗਜ਼ਾਮਪਲ ਕੰਸੀਡਰ ਕਰੋ ਕਿ ਤੁਸੀਂ ਗਲਾਸ 'ਤੇ ਅਗਰ ਪੈਨਸਿਲ ਨਾਲ, ਮੈਂ ਤੁਹਾਨੂੰ ਕਹਾਂ ਕਿ ਪੈਨਸਿਲ ਦੇ ਨਾਲ ਗਲਾਸ 'ਤੇ ਲਿਖੋ, ਕੱਚ ਜਿਹੜਾ ਹੁੰਦਾ, ਜਿਹੜਾ ਸ਼ੀਸ਼ੇ ਬਣੇ ਹੁੰਦੇ ਆ, ਵਿੰਡੋ ਪੇਨਸ ਜਿਹਦੇ ਬਣੇ ਹੁੰਦੇ ਆ, ਉਸ 'ਤੇ ਤੁਸੀਂ ਈਜ਼ੀਲੀ ਲਿਖ ਪਾਓਗੇ ਕਿ ਪੇਪਰ 'ਤੇ ਲਿਖ ਪਾਓਗੇ? ਤਾਂ ਹੁਣ ਦੇਖੋ, ਤੁਸੀਂ ਕਹੋਗੇ ਹਾਂਜੀ, ਆਨਸਰ ਤੁਹਾਡਾ ਹੋਏਗਾ ਕਿ ਅਸੀਂ ਪੇਪਰ 'ਤੇ ਜ਼ਿਆਦਾ ਅੱਛੀ ਤਰ੍ਹਾਂ ਪੈਨਸਿਲ ਨਾਲ ਲਿਖ ਸਕਾਂਗੇ ਗਲਾਸ ਦੇ ਨਾਲੋਂ। ਕਿਉਂ? ਕਿਉਂਕਿ ਪੇਪਰ ਜੋ ਹੈ ਉਹ ਥੋੜ੍ਹਾ ਰਫ ਹੈ,
ਔਰ ਗਲਾਸ ਜਿਹੜਾ ਹੈ ਬਹੁਤ ਸਮੂਥ ਹੈ। ਤਾਂ ਦੇਖਣ 'ਚ ਸਾਨੂੰ ਪੇਪਰ ਵੀ ਬਹੁਤ ਸਮੂਥ ਲੱਗਦਾ ਹੈ। ਤੁਸੀਂ ਜਦੋਂ ਨੋਰਮਲੀ ਲਿਖਦੇ ਹੋ ਤੁਸੀਂ ਕਹਿੰਦੇ ਹੋ ਬਹੁਤ ਈਜ਼ੀਲੀ ਲਿਖ ਪਾ ਰਹੇ ਹੋ। ਤਾਂ ਹੁਣ ਜਦੋਂ ਅਸੀਂ ਦੋਨਾਂ ਨੂੰ ਕੰਪੇਅਰ ਕੀਤਾ ਤਾਂ ਤੁਹਾਨੂੰ ਪਤਾ ਲੱਗਿਆ ਕਿ ਸਮੂਥਨੈਸ ਐਂਡ ਰੈਫਰੈਂਸ ਦਾ ਬਹੁਤ ਬਰੀਕ ਜਿਹਾ ਫ਼ਰਕ ਹੁੰਦਾ ਹੈ। ਤੁਸੀਂ ਦੇਖੋ ਕਿ ਜਿਹੜੀ ਪੇਪਰ 'ਤੇ ਜਦ ਤੁਸੀਂ ਲਿਖ ਰਹੇ ਹੋ ਉਹ ਦਿਖਣ 'ਚ ਸਮੂਥ ਹੈ ਬਟ ਉਹਦੇ ਵਿੱਚ ਵੀ ਇਰੈਗੂਲੈਰਿਟੀਜ਼ ਹੈ ਔਰ ਇਰੈਗੂਲੈਰਿਟੀਜ਼ ਜੋ ਬਹੁਤ ਮਾਈਕਰੋਸਕੋਪਿਕ ਆ, ਮਾਈਕਰੋਸਕੋਪ ਨਾਲ ਦੇਖ ਸਕਦੇ ਹੋ, ਨੇਕਡ ਆਈਜ਼ ਦੇ ਨਾਲ ਤੁਹਾਨੂੰ ਨਹੀਂ ਨਜ਼ਰ ਆਉਣਗੀਆਂ। ਇਸੇ ਕਰਕੇ ਉੱਥੇ ਇੰਟਰਲੋਕਿੰਗ ਹੋ ਜਾਂਦੀ ਹੈ ਤੇ ਉਹ ਲੌਕਿੰਗ ਐਂਟੈਂਗਲ ਹੋ ਜਾਂਦੇ ਆ। ਔਰ ਜਿਹੜਾ ਦੂਸਰਾ ਹੈ ਸਮੂਥ ਗਲਾਸ ਜਿਹੜਾ ਹੈ ਦੈਟ ਇਜ਼ ਵੈਰੀ ਸਮੂਥ, ਇਸੇ ਕਰਕੇ ਪੈਨਸਿਲ ਉੱਥੇ ਫਿਸਲਦੀ ਹੈ। ਸੋ ਦਿਸ ਇਜ਼ ਦ ਰਫਨੈਸ, ਦਿਸ ਇਜ਼ ਅਬਾਊਟ ਦ ਰਫਨੈਸ ਐਂਡ ਸਮੂਥਨੈਸ ਆਫ ਦ ਸਰਫੇਸਿਸ। ਇਸੇ ਤਰ੍ਹਾਂ ਹੀ ਬੱਚੇ ਤੁਸੀਂ ਨੇਲ ਲਗਾ ਸਕਦੇ ਹੋ, ਕਿੱਲ ਜਿਹੜੀ ਹੈ ਵਾਲ ਦੇ ਵਿੱਚ ਲਗਾ ਸਕਦੇ ਹੋ, ਦੈਟ ਇਜ਼ ਆਲਸੋ ਡਿਊ ਟੂ ਫ੍ਰਿਕਸ਼ਨ। ਐਂਡ ਯੂ ਕੈਨ ਆਲਸੋ ਹੋਲਡ ਅ ਗਲਾਸ ਟੰਬਲਰ, ਕੋਈ ਵੀ ਕੱਚ ਦਾ ਜਾਂ ਤੁਸੀਂ ਆਪਣਾ ਕੋਈ ਵੀ ਚੀਜ਼ ਪਿਕ ਕਰ ਰਹੇ ਹੋ ਜਾਂ ਰੱਖ ਰਹੇ ਹੋ ਜਾਂ ਹੋਲਡ ਕਰ ਰਹੇ ਹੋ, ਪੈਨਸਿਲ ਨੂੰ ਹੋਲਡ ਕਰਨਾ, ਕਿਸੇ ਚੀਜ਼ ਨੂੰ ਗਲਾਸ ਨੂੰ ਫੜਨਾ, ਚਮਚ ਨੂੰ ਫੜਨਾ, ਦਿਸ ਇਜ਼ ਆਲ ਬਿਕੋਜ਼ ਆਫ ਫ੍ਰਿਕਸ਼ਨ। ਸੋ ਕਿਸੇ ਤਰ੍ਹਾਂ ਹੀ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ ਹੀ ਮੈਚ ਸਟਿਕ ਯਾਨੀ ਕਿ ਮਾਚਿਸ ਵੀ ਜਲਾ ਸਕਦੇ ਹੋ, ਕਿਉਂਕਿ ਜਦ ਅਸੀਂ ਰਬ ਕਰਦੇ ਹਾਂ ਮੈਚ ਸਟਿਕ ਤਾਂ ਰਫ ਸਾਈਡ ਹੁੰਦੀ ਹੈ ਮੈਚ ਬਾਕਸ ਦੀ, ਇੱਕ ਰਫ ਸਾਈਡ ਬਣੀ ਹੁੰਦੀ ਹੈ ਬਰਾਊਨ ਕਲਰ ਦੀ, ਤੁਸੀਂ ਦੇਖਿਆ ਹੋਏਗਾ ਦਾਣੇਦਾਰ, ਦੈਟ ਇਜ਼ ਦ ਰਫ ਸਾਈਡ ਆਫ ਦ ਮੈਚ ਬਾਕਸ। ਅਸੀਂ ਉਸ 'ਤੇ ਰਗੜਦੇ ਹਾਂ ਉਸਨੂੰ, ਵੀ ਰਬ ਦ ਮੈਚ ਸਟਿਕ ਅਗੇਂਸਟ ਦੈਟ ਰਫ ਸਾਈਡ ਆਫ ਦ ਮੈਚ ਬਾਕਸ। ਤਾਂ ਫ੍ਰਿਕਸ਼ਨ ਜਿਹੜੀ ਹੁੰਦੀ ਹੈ ਇਟ ਅਕਰਸ, ਫ੍ਰਿਕਸ਼ਨ ਕਿਹਦੇ ਵਿੱਚ ਹੈ ਬਿਟਵੀਨ ਦ ਹੈਡ ਆਫ ਮੈਚ ਸਟਿਕ ਐਂਡ ਜਿਹੜੀ ਰਫ ਸਾਈਡ ਆਫ ਮੈਚ ਬਾਕਸ ਹੈ ਨਾ, ਉਹਨਾਂ ਦੇ ਵਿੱਚ ਫ੍ਰਿਕਸ਼ਨ ਹੁੰਦੀ ਹੈ। ਇਸੇ ਕਰਕੇ ਜਿਹੜੀ ਹੈ ਉਹ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ ਹੀ ਫਿਰ ਹੀਟ ਪੈਦਾ ਹੁੰਦੀ ਹੈ ਐਂਡ ਹੀਟ ਜਿਹੜੀ ਹੈ ਦੈਟ ਬਰਨਸ ਦ ਕੈਮੀਕਲਸ ਦੈਟ ਆਰ ਪ੍ਰੈਜ਼ੈਂਟ ਔਨ ਦ ਹੈਡ ਆਫ ਦ ਮੈਚ ਸਟਿਕ। ਤਾਂ ਇਸੇ ਕਰਕੇ ਹੀ ਮਾਚਿਸ ਵੀ ਜਲਦੀ ਹੈ, ਮੈਚ ਸਟਿਕ ਜੋ ਹੈ ਦੈਟ ਕੈਚਸ ਫਾਇਰ ਐਂਡ ਇਟ ਸਟਾਰਟਸ ਬਰਨਿੰਗ। ਤਾਂ ਬਰਨਿੰਗ ਆਫ ਅ ਮੈਚ ਸਟਿਕ ਇਜ਼ ਨਾਟ ਪੋਸੀਬਲ ਵਿਦਾਊਟ ਫ੍ਰਿਕਸ਼ਨ। ਤਾਂ ਫ੍ਰਿਕਸ਼ਨ ਦੀ ਵਜ੍ਹਾ ਨਾਲ ਹੀ ਅਸੀਂ ਮਾਚਿਸ ਵੀ ਜਲਾ ਸਕਦੇ ਹਾਂ। ਇਸੇ ਤਰ੍ਹਾਂ ਹੀ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ ਹੀ ਅਸੀਂ ਆਰੀ ਦੇਖੀ ਹੋਏਗੀ ਤੁਸੀਂ, ਸੌ ਉਹਦਾ ਬਲੇਡ ਹੁੰਦਾ ਹੈ, ਸੌ ਦੇ ਬਲੇਡ ਔਰ ਜਿਹੜਾ ਲੌਗ ਆਫ ਵੁੱਡ ਹੈ ਉਹਦੇ ਵਿਚਕਾਰ ਫਿਰ ਫ੍ਰਿਕਸ਼ਨ ਹੁੰਦੀ ਹੈ ਔਰ ਉਸੇ ਦੀ ਵਜ੍ਹਾ ਦੇ ਨਾਲ ਹੀ ਲੱਕੜੀ ਨੂੰ ਕੱਟਿਆ ਜਾ ਸਕਦਾ ਹੈ। ਕਟਿੰਗ ਆਫ ਵੁੱਡ ਇਜ਼ ਆਲਸੋ ਪੋਸੀਬਲ ਬਿਕੋਜ਼ ਆਫ ਓਨਲੀ ਆਫ ਫ੍ਰਿਕਸ਼ਨ। ਦੂਸਰੀ ਸਾਈਡ ਕੁਛ ਡਿਸਐਡਵਾਂਟੇजेस ਵੀ ਹੈ ਫ੍ਰਿਕਸ਼ਨ ਦੀਆਂ, ਜਿਵੇਂ ਕਿ ਤੁਹਾਡੇ ਸੋਲਸ ਹੈ ਸ਼ੂਜ਼ ਦੇ, ਉਹ ਰਫ ਸਰਫੇਸ ਯਾਨੀ ਕਿ ਜ਼ਮੀਨ 'ਤੇ ਜਦੋਂ ਤੁਸੀਂ ਖੇਡਦੇ ਹੋ ਸ਼ੂਜ਼ ਜਿਹੜੇ ਹੈ ਉਹ ਕੱਸਦੇ ਹੈਗੇ ਆ, ਤਾਂ ਸੋਲਸ ਜਿਹੜੇ ਹੈ ਉਹ ਵੀਅਰ ਅਵੇ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਟਾਇਰਸ ਦੇਖੇ ਹੋਣਗੇ, ਟਾਇਰਸ ਦੇ ਨਿਊ ਟਾਇਰਸ ਦਾ ਤੁਸੀਂ ਦੇਖਿਆ ਕਦੀ, ਛੋਟੇ ਛੋਟੇ ਜੋ ਉਹਦੇ ਬਣੇ ਹੁੰਦੇ ਜਿਹਨੂੰ ਗੁੱਡੀਆਂ ਵੀ ਕਹਿੰਦੇ ਆ ਹੈ ਨਾ, ਤਾਂ ਉਹ ਦੇ ਆਰ ਇੰਟੈਕਟ। ਪਰ ਜਦੋਂ ਟਾਇਰ ਜਿਹੜਾ ਹੁੰਦਾ ਬਿਲਕੁਲ ਕਾਫੀ ਯੂਜ਼ ਵਿੱਚ ਆ ਜਾਂਦਾ ਹੈਗਾ ਤਾਂ ਉਹ ਘਸ ਜਾਂਦਾ। ਤੋ ਇਹਦਾ ਮਤਲਬ ਕਿ ਉਹ ਵੀ ਵੇਅਰ ਆਫ ਹੋ ਜਾਂਦਾ ਐਂਡ ਇਟ ਆਲਸੋ ਗੈਟਸ ਡੈਮੇਜ ਡਿਊ ਟੂ ਫ੍ਰਿਕਸ਼ਨ। ਤਾਂ ਡੈਮੇजेस ਵੀ ਹੁੰਦੀਆਂ, ਡਿਸਐਡਵਾਂਟੇजेस ਵੀ ਹੈ ਫ੍ਰਿਕਸ਼ਨ ਦੀਆਂ। ਟਾਇਰਸ ਆਫ ਦ ਵਹੀਕਲਸ ਦੇ ਵੇਅਰ ਆਊਟ ਗ੍ਰੈਜੂਅਲੀ ਡਿਊ ਟੂ ਫ੍ਰਿਕਸ਼ਨ। ਤੇ ਇਸੇ ਤਰ੍ਹਾਂ ਹੀ ਫ੍ਰਿਕਸ਼ਨ ਜਿਹੜੀ ਹੈ ਦੈਟ ਮਸ਼ੀਨ ਪਾਰਟਸ ਹੈ, ਮੂਵਿੰਗ ਪਾਰਟਸ ਹੈ, ਮਸ਼ੀਨ ਚੱਲ ਰਹੀ ਹੈ ਉਹਦੇ ਵਿੱਚ ਵੀ ਫ੍ਰਿਕਸ਼ਨ ਆਉਂਦੀ ਹੈ ਔਰ ਜਿਹੜੇ ਉਹਦੇ ਪਾਰਟਸ ਹੈ ਜਿਵੇਂ ਬਾਲ ਬੀਅਰਿੰਗਸ ਵਗੈਰਾ ਹੋ ਗਏ ਹੋਰ, ਤਾਂ ਉਹ ਵੀ ਵੇਅਰ ਆਊਟ ਹੋ ਜਾਂਦੇ ਆ। ਤਾਂ ਅਲਟੀਮੇਟਲੀ ਦੇ ਗੈਟ ਡੈਮੇਜ ਜਿਹੜੇ ਪਾਰਟਸ ਆਫ ਮਸ਼ੀਨਸ ਆ। ਇਸੇ ਤਰ੍ਹਾਂ ਹੀ ਬ੍ਰੇਕ ਪੈਡਲ ਜੇ ਤੁਸੀਂ ਲਗਾਉਂਦੇ ਹੋ ਤਾਂ ਇੱਕ ਟਾਈਮ ਆਉਂਦਾ ਜਦੋਂ ਬ੍ਰੇਕ ਪੈਡ ਵੀ ਕੰਮ ਕਰਨਾ ਬੰਦ ਕਰ ਦਿੰਦੇ ਆ, ਕਿਉਂਕਿ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ ਉਹ ਵੀ ਡੈਮੇਜ ਹੋ ਜਾਂਦੇ ਆ। ਤੁਸੀਂ ਕੋਈ ਪੁਰਾਣੀ ਬਿਲਡਿੰਗ ਦੇ ਵਿੱਚ ਦੇਖੀਆਂ ਹੋਣਗੀਆਂ ਸਟੇਅਰਕੇਸ, ਪੌੜੀਆਂ, ਤੁਸੀਂ ਦੇਖਿਆ ਹੋਏਗਾ ਕਿ ਉਹਦਾ ਸੈਂਟਰਲ ਪੋਰਸ਼ਨ ਨਾ ਜ਼ਿਆਦਾ ਯੂਜ਼ ਹੁੰਦਾ ਹੈ, ਤਾਂ ਉਹ ਤੁਹਾਨੂੰ ਘਸਿਆ ਦਿਖੇਗਾ। ਜਦਕਿ ਉਹਦੀਆਂ ਸਾਈਡਸ ਜਿਹੜੀਆਂ ਹੋਣਗੀਆਂ ਉਹ ਪੁਆਇੰਟਡ ਤਿੱਖੀਆਂ ਹੋਣਗੀਆਂ, ਬਟ ਸੈਂਟਰ ਵਾਲਾ ਪੋਰਸ਼ਨ ਕਿਉਂਕਿ ਬਾਰ-ਬਾਰ ਸਟੈਪ ਮੋਸਟਲੀ ਅਸੀਂ ਸੈਂਟਰ 'ਚ ਚੱਲਦੇ ਹੈਗੇ ਹਾਂ ਪੌੜੀਆਂ ਦੇ, ਤਾਂ ਉਹ ਜਿਹੜਾ ਹੈ ਸਟੇਅਰਸ ਦਾ ਇਸੀ ਕਰਕੇ ਡਿਊ ਟੂ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ ਹੀ ਇਟ ਆਲਸੋ ਵੀਅਰਸ ਆਊਟ। ਕਈ ਵਾਰੀ ਰੇਲਵੇ ਸਟੇਸ਼ਨਸ 'ਤੇ ਤੁਸੀਂ ਦੇਖਿਆ ਹੋਏਗਾ ਕਰਾਊਡਡ ਪਲੇਸਿਸ 'ਤੇ, ਉਹ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ ਹੀ ਉਹ ਵੀਅਰ ਆਊਟ ਹੋ ਜਾਂਦੇ ਆ। ਇਸੇ ਤਰ੍ਹਾਂ ਹੀਟ ਜਿਹੜੀ ਪ੍ਰੋਡਿਊਸ ਹੁੰਦੀ ਹੈ ਫ੍ਰਿਕਸ਼ਨ ਦੀ ਵਜ੍ਹਾ ਨਾਲ, ਉਹ ਮਸ਼ੀਨਸ ਡੈਮੇਜ ਕਰ ਦਿੰਦੀ ਹੈ, ਐਫੀਸ਼ੀਐਂਸੀ ਉਹ ਮਸ਼ੀਨ ਨੂੰ ਬਹੁਤ ਘਟਾ ਦਿੰਦੀ ਹੈ। ਯਾਨੀ ਕਿ ਇੱਕ ਤਰ੍ਹਾਂ ਤੋਂ ਫ੍ਰਿਕਸ਼ਨ ਜਿਹੜੀ ਹੈ ਉਹ ਓਵਰਆਲ ਮੂਵਮੈਂਟ ਨੂੰ ਸਲੋ ਕਰ ਦਿੰਦੀ ਹੈ। So let's start with the MCQs of this chapter. Question 1. Why is it difficult to walk on a smooth and wet floor? So the answer is obvious, B option, due to very less friction. Friction ਬਹੁਤ ਘਟ ਜਾਂਦੀ ਹੈ, ਇਸੇ ਕਰਕੇ ਅਸੀਂ ਗਿੱਲੇ ਤੇ ਬਹੁਤ ਤਿਲਕਵੇਂ ਫਲੋਰ ਤੇ ਨਹੀਂ ਚੱਲ ਸਕਦੇ। Then second question, frictional force always acts in dash direction. ਹੁਣ ਤੱਕ ਤੁਹਾਨੂੰ ਪਤਾ ਲੱਗਿਆ ਹੋਏਗਾ ਕਿ opposite direction ਦੇ ਵਿੱਚ ਚਲਦੀ ਹੈ। ਜਿਸ ਡਾਇਰੈਕਸ਼ਨ ਦੇ ਵਿੱਚ ਕੋਈ ਆਬਜੈਕਟ ਮੂਵ ਹੋ ਰਿਹਾ ਹੈ ਉਸ ਤੋਂ ਉਲਟੀ ਦਿਸ਼ਾ ਦੇ ਵਿੱਚ ਚਲਦੀ ਹੈ, in the opposite direction. So here question 3, spring balance is used to measure. Spring balance ਜੋ ਤੁਸੀਂ ਪਿਕਚਰ 'ਚ ਦੇਖ ਰਹੇ ਹੋ, ਇਹ ਕਿਸ ਚੀਜ਼ ਨੂੰ ਮੇਜਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ? ਤਾਂ ਆਪਸ਼ਨ ਸੀ, force of gravity acting on a body. Then question 4, frictional force depends on. Frictional force ਕਿਸ ਤੇ ਡਿਪੈਂਡ ਕਰਦੀ ਹੈ? ਹੁਣੇ ਅਸੀਂ ਕੀਤਾ
Smoothness and roughness surfaces they depend करती है. The more smooth the surface, the less is the friction, and more rough the surface is, more is the friction. So option D, B and C both is correct. Moving on to question 5. Frictional force is produced because of A option, irregularities in two contacting surfaces. Question 6. Why grooves are made in tires? The answer is B. To increase friction. Question 7. Why rolling friction is less than sliding friction? Because option number C. It is easier for a body to roll over another in comparison to slide. Then question 8. Name the system which converts sliding friction to rolling friction. A option, ball bearing. Question 9. Friction produces. Option D, heat is the right answer. Friction ਦੇ ਨਾਲ heat ਪੈਦਾ ਹੁੰਦੀ ਹੈ. Question 10. Why talcum powder is spread on the carom board? Talcum powder ਜਦੋਂ ਤੁਸੀਂ carom board ਖੇਲਦੇ ਹੋ ਤਾਂ ਉਸ ਤੋਂ ਪਹਿਲਾਂ ਉਹਦਾ talcum powder spread ਕਰਦੇ ਹੋ. ਕਿਉਂ ਕਰਦੇ ਹੋ? ਤਾਂ ਕਿ ਉਹਦੀ ਜਿਹੜੀਆਂ coins ਹੈ ਉਹ ਆਰਾਮ ਨਾਲ ਉਸ ਤੇ ਚੱਲ ਸਕਣ. ਤਾਂ ਅਗਰ ਤੁਸੀਂ ਟੈਲਕਮ ਪਾਊਡਰ ਪਾਉਣ ਤੋਂ ਪਹਿਲਾਂ ਅਗਰ ਦੇਖੋਗੇ ਤਾਂ ਬਹੁਤ ਰਫ ਸਰਫੇਸ ਹੋਏਗਾ. ਟੈਲਕਮ ਪਾਊਡਰ ਪਾਉਣ ਦੇ ਨਾਲ ਕੈਰਮ ਬੋਰਡ ਦਾ ਜਿਹੜਾ ਸਰਫੇਸ ਹੈ ਉਹ ਬਹੁਤ ਸਮੂਥ ਹੋ ਜਾਏਗਾ, ਔਰ ਸਮੂਥ ਹੋ ਜਾਏਗਾ ਤਾਂ ਫ੍ਰਿਕਸ਼ਨ ਜੋ ਹੈ ਉਹ ਰਿਡਿਊਸ ਹੋ ਜਾਏਗੀ, ਜਿਸ ਦੀ ਵਜ੍ਹਾ ਨਾਲ ਤੁਸੀਂ ਆਰਾਮ ਨਾਲ ਕੋਇਨਸ ਨੂੰ ਮੂਵ ਕਰ ਸਕਦੇ ਹੋ. ਸੋ ਆਪਸ਼ਨ ਏ ਟੂ ਰਿਡਿਊਸ ਫ੍ਰਿਕਸ਼ਨ ਇਜ਼ ਦ ਰਾਈਟ ਆਂਸਰ. ਬਟ ਵੀ ਹੈਵ ਟੂ ਅਦਰ ਆਪਸ਼ਨਸ ਆਲਸੋ. ਸੋ ਤੁਸੀਂ ਵੀ ਜਦੋਂ ਕਰਨਾ ਹੈ ਪੇਪਰ ਤਾਂ ਇਹ ਨਹੀਂ ਕਿ ਇੱਕ ਵਾਰੀ ਫਸਟ ਦੇਖਿਆ ਔਰ ਟਿਕ ਕਰਤਾ. ਠੀਕ ਹੈ ਬੇਟਾ, ਇੱਥੇ ਅਕਸਰ ਬੱਚੇ ਕਰਦੇ ਆ. First, read out all the options. So, B option and C also seems correct. देखो, B option की कह रही है to make the surface of carom board smooth. जिਵੇਂ मैं ਤੁਹਾਨੂੰ ਦੱਸਿਆ ਕਿ ਪਹਿਲਾਂ rough ਹੁੰਦਾ carom board ਦਾ surface, ਜਦੋਂ ਅਸੀਂ talcum powder ਪਾਉਂਦੇ ਹਾਂ ਤਾਂ carom board ਜਿਹੜਾ ਹੈ smooth ਹੋ ਜਾਂਦਾ ਹੈ. So, this is also right. A was also right. B is also right. And then C, to make the carom coins, ਜਿਹੜੀ ਗੋਟੀ ਜਿਹਨੂੰ ਕਹਿੰਦੇ ਆ, that move longer distance, ਤਾਂ ਕਿ ਦੂਰ ਤੱਕ ਜਾਏ ਔਰ ਤੁਹਾਡਾ ਜਿਹੜਾ ਉੱਥੇ ਗੋਲ ਹੁੰਦਾ ਟਾਰਗੇਟ ਉਹਦੇ ਵਿੱਚ ਜਾ ਕੇ ਗਿਰੇ. ਤਾਂ ਇਹਦਾ ਮਤਲਬ A, B, C, all the three options are correct. So the right answer is D. That is all of the above. So next question is 11th question. What are factors responsible for friction? Friction ਜਾਂ ਰਗੜ ਬਲ, ਰਗੜ ਦੇ ਕੀ ਕਾਰਨ ਹੋ ਸਕਦੇ ਹਨ? ਤੇ ਅਸੀਂ ਪੜ੍ਹ ਕੇ ਹਟੇ ਹਾਂ ਹੁਣੇ. Question first is A, nature of surfaces in contact. B, area of contact. 3, the force when which both the surfaces are pressed. And D, all. So A, B, C ਤਿੰਨੋਂ ਹੀ options ਇੱਥੇ ਆਉਣਗੀਆਂ, ਤਿੰਨੋਂ ਹੀ ਮੈਟਰ ਕਰਦੇ ਹਨ. They are the factor responsible for the friction. So D option, all, is right. Then question 12. Friction is not useful for us. Why? ਹੁਣ ਇਹਦੀਆਂ ਅਸੀਂ ਡਿਸਐਡਵਾਂਟੇजेस ਹੁਣੇ ਕੀਤੀਆਂ ਸੀਗੀਆਂ ਕਿ ਫ੍ਰਿਕਸ਼ਨ ਜਿਹੜੀ ਹੈ ਸਾਡੇ ਲਈ ਕਿਉਂ ਯੂਜ਼ਫੁਲ ਨਹੀਂ ਹੈ. ਇਹਦਾ ਮਤਲਬ ਅਸੀਂ ਇੱਥੇ ਡਿਸਐਡਵਾਂਟੇजेस ਦੀ ਗੱਲ ਕਰ ਰਹੇ ਹਾਂ, ਡੀਮੈਰਿਟਸ ਦੀ ਗੱਲ ਕਰ ਰਹੇ ਹਾਂ ਕਿ ਫ੍ਰਿਕਸ਼ਨ ਨੇ ਕੀ ਨੁਕਸਾਨ ਕੀਤਾ. ਸੋ A option, it causes wear and tear. B, loss of energy. C, the heat produced during friction destroys the machine. So ਅਗਰ ਅਸੀਂ ਦੇਖੀਏ ਕਿ A option, it causes wear and tear, ਇੱਥੇ ਅਸੀਂ ਸ਼ੂਜ਼ ਦੇ ਸੋਲਸ ਤੇ ਤੁਹਾਡੇ ਸਾਈਕਲ ਦੀ ਬ੍ਰੇਕਸ ਦਾ ਐਗਜ਼ਾਮਪਲ ਲਿਆ ਸੀ, ਟਾਇਰਸ ਦਾ ਐਗਜ਼ਾਮਪਲ ਲਿਆ ਸੀ. ਲੋਸ ਆਫ એનર્ਜੀ ਕਿਵੇਂ ਹੁੰਦੀ ਹੈ ਕਿ ਹੀਟ ਪ੍ਰੋਡਿਊਸ ਕਰਦੀ ਹੈ, ਮਸ਼ੀਨ ਦੇ ਪਾਰਟਸ ਖਰਾਬ ਹੁੰਦੇ ਆ. ਐਂਡ ਸੀ, ਦ ਹੀਟ ਪ੍ਰੋਡਿਊਸ ਡਿਊਰਿੰਗ ਫ੍ਰਿਕਸ਼ਨ, ਇਹ ਵੀ ਮਸ਼ੀਨ ਦੇ ਪਾਰਟਸ ਜਿਹੜੇ ਹੈ इंटीरियर वो खराब हो जाते हैं. So D option, all, is the right answer. Then question 13. Why the shapes of objects moving in fluids, air and water are streamlined? So A, to reduce the friction, to increase the friction, to make it look beautiful. And D, none. ਇੱਥੇ ਕੁਐਸਚਨ ਨੂੰ ਸਮਝਦੇ ਹਾਂ ਕਿ ਇਹਦਾ ਕੀ ਕੁਐਸਚਨ ਦਾ ਕੀ ਮਤਲਬ ਹੈ ਕਿ ਸ਼ੇਪ ਆਫ ਆਬਜੈਕਟਸ ਜਿਹੜੀਆਂ ਹੈ ਉਹ ਸਟ੍ਰੀਮਲਾਈਨ ਕਿਉਂ ਹੁੰਦੀ ਹੈ. ਸਟ੍ਰੀਮਲਾਈਨ ਸ਼ੇਪ ਕਿਹੜੀ ਹੁੰਦੀ ਹੈ ਬੱਚੇ? ਤੁਸੀਂ ਨੇਚਰ ਦੇ ਵਿੱਚ ਦੇਖੋ, ਜਿੰਨੇ ਬਰਡਸ ਆ ਸਭ ਦੀ ਸਟ੍ਰੀਮਲਾਈਨ ਸ਼ੇਪ ਹੈ. ਸਟ੍ਰੀਮਲਾਈਨ ਦਾ ਮਤਲਬ ਹੈ ਅੱਗੋਂ ਦੀ ਨੁਕੀਲੀ, ਤਿੱਖੀ, ਔਰ ਸਾਈਡਸ ਤੇ ਜਿਹੜੇ ਦੋ ਜਿਹੜੇ ਵਿੰਗਸ ਹੈ ਦੈਟ, ਔਰ ਸੈਂਟਰਲ ਬੋਡੀ ਜਿਹੜੀ ਹੈ ਉਹ ਸਟ੍ਰੀਮਲਾਈਨ ਹੈ, ਯਾਨੀ ਕਿ ਟੇਪਰਡ ਹੈ, ਥੋੜਾ ਅੱਗੋਂ ਦੀ ਕੋਨਿਕਲ, ਜਿਵੇਂ ਬਰਡਸ ਹੁੰਦੇ ਆ ਜਿਸ ਤਰ੍ਹਾਂ ਉਹਨਾਂ ਦੀ ਫਲਾਈਟ ਦੇ ਵਿੱਚ ਪੋਜੀਸ਼ਨ ਹੁੰਦੀ ਹੈ. ਇਸੇ ਤਰ੍ਹਾਂ ਹੀ ਐਰੋਪਲੇਨਸ ਜਾਂ ਰੌਕਟਸ ਵੀ ਇਸੇ ਪੋਜੀਸ਼ਨ 'ਚ ਬਣਾਏ ਹੁੰਦੇ. ਜਿਵੇਂ ਐਰੋਪਲੇਨ ਵੀ ਤੁਸੀਂ ਦੇਖ ਰਹੇ ਹੋ, ਅੱਗੋਂ ਉਹਦਾ ਨੋਜ਼ ਟਾਈਪ ਜਿਹੜਾ ਹੁੰਦਾ ਹੈਗਾ, ਵਿਚਲੀ ਬੋਡੀ ਸਾਰੀ ਸਟ੍ਰੀਮਲਾਈਨ ਹੈ ਤਾਂ ਕਿ ਤਿੱਖੀ ਬਣੀ ਹੁੰਦੀ ਹੈ, ਔਰ ਸਾਈਡਸ ਤੇ ਦੋ ਵਿੰਗਸ ਹੁੰਦੇ ਆ.
ਇਸ ਕਰਕੇ ਕਿ ਜਿਹੜੀ ਸਾਹਮਣੇ ਤੋਂ ਆਉਣ ਵਾਲੀ ਏਅਰ ਹੈ ਉਹ ਘੱਟ ਰੈਜ਼ਿਸਟੈਂਸ ਪੈਦਾ ਕਰ ਸਕੇ ਔਰ ਉਹ ਈਜ਼ੀਲੀ ਸਾਈਡਾਂ ਤੋਂ ਫਲੋ ਹੋ ਜਾਏ। ਜਿੰਨਾ ਜ਼ਿਆਦਾ ਚੌੜੀ ਹੋਏਗੀ ਵਾਈਡ ਵਿਡਥ ਉਹਦੀ ਜ਼ਿਆਦਾ ਹੋਏਗੀ, ਉਨਾ ਏਅਰ ਦਾ ਰੈਜ਼ਿਸਟੈਂਸ ਜ਼ਿਆਦਾ ਹੋਏਗਾ ਔਰ ਅੱਗੇ ਮੂਵਮੈਂਟ ਮੁਸ਼ਕਿਲ ਹੋਏਗੀ। ਜ਼ਿਆਦਾ ਦਾ ਮੋਰ ਦਾ ਫੋਰਸ ਲੈਸ ਇਜ਼ ਦਾ ਮੂਵਮੈਂਟ। ਜਿੰਨੀ ਜ਼ਿਆਦਾ ਅੱਗੋਂ ਕੋਈ ਧੱਕਾ ਪਏਗਾ, ਧੱਕਾ ਮਾਰੇਗਾ, ਉਨੀ ਜ਼ਿਆਦਾ ਹੀ ਫੋਰਸ ਜਿਹੜੀ ਹੈ ਉਸ ਮੂਵਮੈਂਟ ਜਿਹੜੀ ਹੈ ਉਹ ਨਹੀਂ ਹੋ ਸਕੇਗੀ। ਇਸੇ ਕਰਕੇ ਐਰੋਪਲੇਨ ਹੈ ਉਹ ਵੀ ਸਟ੍ਰੀਮਲਾਈਨ ਬੋਡੀਜ਼ ਹੁੰਦੀਆਂ, ਈਵਨ ਕਾਰਸ ਦੀ ਸਟ੍ਰੀਮਲਾਈਨ ਬੋਡੀ ਹੈ। ਤਾਂ ਇਹ ਆਈਡੀਆਜ਼ ਇੰਜੀਨੀਅਰਸ ਔਰ ਸਾਇੰਟਿਸਟਸ ਨੇ ਨੇਚਰ ਤੋਂ ਦੇਖ ਕੇ ਸਿੱਖਿਆ ਕਿ ਬਰਡਸ ਕਿਵੇਂ ਉੱਡ ਪਾਉਂਦੇ ਆ। ਇਸੇ ਕਰਕੇ ਉਹ ਫਲਾਈ ਕਰ ਸਕਦੇ ਆ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਹੈ ਉਹ ਸਟ੍ਰੀਮਲਾਈਨ ਹੈ, ਵਿੰਗਸ ਸਪਰੈਡ ਅਪ ਹੁੰਦੇ ਆ ਔਰ ਅੱਗੋਂ ਨੁਕੀਲੀ, ਤਿੱਖੀ ਔਰ ਥਿਨ ਬੋਡੀ ਹੁੰਦੀ ਹੈ ਸੈਂਟਰ ਵਾਲਾ ਪੋਰਸ਼ਨ। ਇਸੇ ਨੂੰ ਦੇਖਦਿਆਂ ਹੋਇਆਂ ਹੀ ਔਰ ਫਿਸ਼ ਅਗਰ ਨੂੰ ਤੁਸੀਂ ਦੇਖੋਗੇ ਮੱਛਲੀਆਂ, ਫਿਸ਼ ਦੀ ਵੀ ਸਟ੍ਰੀਮਲਾਈਨ ਬੋਡੀ ਹੁੰਦੀ ਹੈ। ਸ਼ਾਰਕ ਫਿਸ਼ ਪਤਲੀ ਹੁੰਦੀ ਹੈ ਤਾਂ ਕਿ ਜਿਹੜਾ ਵਾਟਰ ਕਰੰਟ ਆ ਰਿਹਾ ਸਾਹਮਣੇ ਜਦੋਂ ਸਵਿਮ ਕਰ ਰਹੀਆਂ ਪਾਣੀ ਦੇ ਵਿੱਚ, ਤਾਂ ਉਹਨਾਂ ਦੀ ਸਟ੍ਰੀਮਲਾਈਨ ਜਿਹੜੀ ਸ਼ੇਪ ਹੈ ਉਹ ਹੀ ਉਹਨਾਂ ਨੂੰ ਫਾਰਵਰਡ ਮੂਵਮੈਂਟ ਦੇ ਵਿੱਚ ਹੈਲਪ ਕਰਦੀ ਹੈ ਕਿਉਂਕਿ ਫਲੂਇਡਸ ਜਿਵੇਂ ਵਾਟਰ ਹੈ ਉਹ ਸਾਈਡਾਂ ਤੋਂ ਚਲਾ ਜਾਂਦਾ ਹੈ ਔਰ ਉਸ ਸ਼ੇਪ ਦੀ ਵਜ੍ਹਾ ਦੇ ਨਾਲ ਹੀ ਦੇ ਕੈਨ ਮੂਵ ਵੈਰੀ ਫਾਸਟ। ਤਾਂ ਫਲੂਇਡ ਫ੍ਰਿਕਸ਼ਨ ਦਾ ਮਤਲਬ ਹੈ ਹਵਾ ਜਾਂ ਪਾਣੀ ਦਾ ਜਿਹੜਾ ਦਬਾਅ ਹੁੰਦਾ ਹੈ ਉਹ ਕਦੋਂ ਘਟਦਾ ਹੈ, ਜਦੋਂ ਕਿ ਸਟ੍ਰੀਮਲਾਈਨ ਬੋਡੀ ਹੁੰਦੀ ਹੈ। ਇਸੇ ਤਰ੍ਹਾਂ ਹੀ ਕਾਰਸ, ਰਾਕੇਟਸ ਔਰ ਐਰੋਪਲੇਨ ਸਾਰੇ ਸਟ੍ਰੀਮਲਾਈਨ ਸ਼ੇਪਸ ਦੇ ਬਣੇ ਹੋਏ ਹਨ ਸੋ ਦੈਟ ਦੇ ਐਨਕਾਊਂਟਰ ਦਾ ਮਿਨੀਮਮ ਏਅਰ ਰੈਜ਼ਿਸਟੈਂਸ ਜਾਂ ਜਿਹਨੂੰ ਡਰੈਗ ਕਹਿੰਦੇ ਆ ਡਿਊ ਟੂ ਏਅਰ, ਹਵਾ ਤੇ ਜਿਹੜਾ ਦਬਾਅ ਪਾ ਰਹੀ ਹੁੰਦੀ ਹੈ। ਇਸੇ ਕਰਕੇ ਇਹ ਸਟ੍ਰੀਮਲਾਈਨ ਹੈ ਔਰ ਤਾਂ ਹੀ ਉਹ ਐਕਸਟ੍ਰੀਮਲੀ ਹਾਈ ਸਪੀਡਸ ਤੇ ਜਾ ਸਕਦੇ ਹਨ। ਤਾਂ ਇਹਦੇ ਵਿੱਚ ਆਪਸ਼ਨ ਦੇਖੋ ਟੂ ਰਿਡਿਊਸ, ਇਹਦੇ ਵਿੱਚ ਆਏਗਾ ਟੂ ਰਿਡਿਊਸ ਦਾ ਫ੍ਰਿਕਸ਼ਨ, ਇਹ ਆਪਸ਼ਨ ਇਜ਼ ਦਾ ਰਾਈਟ ਆਂਸਰ। Then question 14 that is used to reduce the friction in moving parts of the machine. ਮਸ਼ੀਨ ਤੁਸੀਂ ਦੇਖਿਆ ਹੋਏਗਾ ਟੇਲਰ ਦੇ ਜਾਂ ਅਗਰ ਘਰ ਦੇ ਵਿੱਚ ਵੀ ਤੁਹਾਡੀ ਸਿਲਾਈ ਮਸ਼ੀਨ, ਸੂਇੰਗ ਮਸ਼ੀਨ ਹੈਗੀ ਹੈ ਤਾਂ ਜਦੋਂ ਉਹ ਥੋੜ੍ਹਾ ਜਿਹਾ ਆਵਾਜ਼ ਕਰਦੀ ਹੈ ਜਾਂ ਰੁਕਦੀ ਹੈ ਤਾਂ ਤੁਹਾਡੇ ਮਦਰ ਕੀ ਕਰਦੇ ਆ ਉਹਦੇ ਵਿੱਚ ਆਇਲ ਵਗੈਰਾ ਪਾ ਦਿੰਦੇ ਆ, ਮਸ਼ੀਨ ਆਇਲ ਹੁੰਦਾ। ਇਸੇ ਤਰ੍ਹਾਂ ਹੀ ਫੈਕਟਰੀਜ਼ ਦੇ ਵੀ ਜਦੋਂ ਮੂਵਿੰਗ ਮਸ਼ੀਨਸ ਮੂਵ ਕਰਦੀਆਂ ਤਾਂ ਉਹਦੇ ਪਾਰਟਸ ਕਈ ਵਾਰੀ ਅੜ ਜਾਂਦੇ ਆ ਜਾਂ ਉਹ ਮੂਵਮੈਂਟ ਉਹਨਾਂ ਦੀ ਨਹੀਂ ਹੁੰਦੀ, ਰਗੜ ਜ਼ਿਆਦਾ ਲੱਗਦੀ ਹੈ ਤਾਂ ਉਸ ਕਰਕੇ ਗਰੀਜ਼ਿੰਗ ਕੀਤੀ ਜਾਂਦੀ ਹੈ। ਜਾਂ ਤੁਹਾਡੇ ਬਾਲ ਬੀਅਰਿੰਗਸ ਜਿਹੜੇ ਸਾਈਕਲ ਦੇ ਹੈ ਉਹਦੇ 'ਚ ਚੇਨ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਚੇਨ ਮੂਵ ਨਹੀਂ ਕਰ ਰਹੀ ਤਾਂ ਤੁਸੀਂ ਲੈ ਕੇ ਜਾਂਦੇ ਹੈਗੇ ਹੋ, ਹੈ ਨਾ, ਤਾਂ ਉਹ ਰਿਪੇਅਰ ਵਰਕ ਜਦੋਂ ਹੁੰਦਾ ਤਾਂ ਕੀ ਕਰਦੇ ਗਰੀਜ਼ਿੰਗ ਕਰ ਦਿੰਦੇ ਆ। ਤਾਂ ਇਹਦਾ ਆਪਸ਼ਨ ਏ ਆਇਲ ਔਰ ਗਰੀਜ਼ ਇਜ਼ ਦਾ ਕਰੈਕਟ ਆਂਸਰ। ਦੈਨ ਕੁਐਸਚਨ 15 ਫ੍ਰਿਕਸ਼ਨ ਇਜ਼ ਯੂਜ਼ਫੁਲ ਫॉर ਅਸ ਹਾਊ। ਫ੍ਰਿਕਸ਼ਨ ਸਾਡੇ ਲਈ ਜ਼ਰੂਰੀ ਹੈ ਕਿਉਂ? ਇਹ ਆਪਾਂ ਕਾਫੀ ਐਗਜ਼ਾਮਪਲਸ ਹੁਣੇ ਕੀਤੇ ਆ। ਏ ਇਜ਼ ਇਟ ਹੈਲਪਸ ਇਨ ਵਾਕਿੰਗ, ਤੁਰਨ ਦੇ ਵਿੱਚ ਮਦਦ ਕਰਦੀ ਹੈ, ਫ੍ਰਿਕਸ਼ਨ ਨਾ ਹੋਵੇ ਤਾਂ ਅਸੀਂ ਗਿਰ ਜਾਵਾਂਗੇ। ਟੂ ਅਪਲਾਈ ਬ੍ਰੇਕਸ, ਤੁਸੀਂ ਸਾਈਕਲ ਦੀ ਬ੍ਰੇਕਸ ਲਗਾ ਸਕਦੇ ਹੋ ਡਿਊ ਟੂ ਫ੍ਰਿਕਸ਼ਨ। ਅਗਰ ਫ੍ਰਿਕਸ਼ਨ ਨਹੀਂ ਹੋਏਗੀ ਤਾਂ ਤੁਸੀਂ ਆਪਣੇ ਘਰ ਜਾਣਾ ਹੋਏਗਾ ਪਰ ਸਾਈਕਲ ਰੁਕੇਗਾ ਹੀ ਨਹੀਂ ਔਰ ਅੱਗੇ ਅੱਗੇ ਚਲੀ ਜਾਏਗਾ। ਐਂਡ ਸੀ ਟੂ ਰਨ ਮਸ਼ੀਨਸ ਐਂਡ ਮੋਟਰਸ ਨੂੰ ਵੀ। ਸੋ ਡੀ ਆਪਸ਼ਨ all is the right answer क्योंकि A, B and C they are all right. Then question 16. Four students were asked to arrange the forces due to static friction, rolling friction and sliding friction in decreasing order. ਤਾਂ ਕੀ ਕਿਹਾ ਗਿਆ ਹੈ ਕਿ ਰੋਲਿੰਗ, ਸਲਾਈਡਿੰਗ, ਸਟੈਟਿਕ ਇਹ ਡਿਫਰੈਂਟ ਟਾਈਪਸ ਆਫ ਫੋਰਸਿਸ ਹੈਗੀਆਂ, ਡਿਫਰੈਂਟ ਟਾਈਪਸ ਆਫ ਫ੍ਰਿਕਸ਼ਨ ਹੈ ਤਾਂ ਉਹਨਾਂ ਨੂੰ ਘਟਦੇ ਕ੍ਰਮ ਡਿਕਰੀਜ਼ਿੰਗ ਆਰਡਰ ਦੇ ਵਿੱਚ ਤੁਸੀਂ ਦੇਖਣਾ। ਡਿਕਰੀਜ਼ਿੰਗ ਆਰਡਰ ਮੀਨਸ ਸਭ ਤੋਂ ਪਹਿਲਾਂ ਉਹ ਵਾਲਾ ਲਿਖਣੀ ਹੈ ਫ੍ਰਿਕਸ਼ਨ ਦਾ ਨਾਮ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਫ੍ਰਿਕਸ਼ਨ, ਦੈਨ ਉਸ ਤੋਂ ਘੱਟ, ਦੈਨ ਉਸ ਤੋਂ ਘੱਟ। ਤਾਂ ਹੁਣ ਅਗਰ ਅਸੀਂ ਦੇਖੀਏ ਕਿ ਵਿੱਚ ਸਟੈਟਿਕ ਫ੍ਰਿਕਸ਼ਨ ਜਿਹੜੀ ਹੈ ਉਹ ਕਿਹੜੀ ਹੁੰਦੀ ਹੈ, ਸਪੋਜ਼ ਕਰੋ ਤੁਹਾਡਾ ਛੋਟਾ ਬ੍ਰਦਰ ਸਿਸਟਰ ਕੋਈ ਹੈ, ਉਹ ਜ਼ਮੀਨ ਤੇ ਬੈਠਿਆ ਲੇਟਿਆ ਹੋਇਆ, ਠੀਕ ਹੈ, ਉਸ ਨੂੰ ਤੁਸੀਂ ਮੂਵ ਕਰਨਾ ਈਜ਼ੀ ਹੈ ਕਿ ਐਜ਼ ਕੰਪੇਅਰ ਟੂ ਕਿ ਉਹਨੂੰ ਚੁੱਕ ਕੇ ਤੁਸੀਂ ਸਲਾਈਡ ਜਿਹੜੀ ਪਾਰਕ ਵਿੱਚ ਹੁੰਦੀ ਹੈ ਲੱਗੀ, ਝੂਲਦੇ ਹੋ ਤੁਸੀਂ, ਸਵਿੰਗਸ ਵਗੈਰਾ ਲੈਣ ਜਾਂਦੇ ਹੋ ਤਾਂ ਸਲਾਈਡ ਤੇ ਬਿਠਾ ਦਿੱਤਾ ਜਾਂਦਾ, ਤਦ ਉਹਦੀ ਮੂਵਮੈਂਟ ਆਸਾਨ ਹੈ ਕਿ ਜਾਂ ਫਿਰ ਜਦੋਂ ਤੁਸੀਂ ਕਿਸੇ ਮਾਲ 'ਚ ਜਾਂਦੇ ਹੋ ਉਹ ਟਰੋਲੀ ਹੈ ਜਿਹਦੇ ਤੁਸੀਂ ਸਮਾਨ ਲੈ ਕੇ ਜਾਂਦੇ ਹੋ ਬੇਟਾ, ਉਹਦੇ ਨੀਚੇ ਵੀਲਸ ਲੱਗੇ ਹੁੰਦੇ ਆ, ਰੋਲ ਹੁੰਦੇ ਆ ਨਾ, ਤਾਂ ਉਹ ਰੋਲਿੰਗ ਫ੍ਰਿਕਸ਼ਨ ਉੱਥੇ ਹੋ ਰਹੀ ਹੁੰਦੀ ਹੈ, ਠੀਕ ਹੈ। ਤਾਂ ਜਦੋਂ ਤੁਸੀਂ ਉਹਨੂੰ ਉਹਦੇ ਵਿੱਚ ਬਿਠਾ ਕੇ ਧੱਕਾ ਮਾਰਦੇ ਹੋ, ਇਹਨਾਂ ਤਿੰਨ ਕੰਡੀਸ਼ਨ ਵਿੱਚੋਂ ਤੁਸੀਂ ਦੇਖੋ, ਸੋਚੋ ਕਿ ਕਿਹਦੇ ਵਿੱਚ ਜ਼ਿਆਦਾ ਆਸਾਨੀ ਦੇ ਨਾਲ ਤੁਸੀਂ ਚੱਲ ਸਕਦੇ ਹੋ, ਮੂਵਮੈਂਟ ਹੋ ਸਕਦੀ ਹੈ। ਜਿਹਦੇ ਵਿੱਚ ਜਿੰਨੀ ਜ਼ਿਆਦਾ ਮੂਵਮੈਂਟ ਹੋ ਸਕਦੀ ਹੈ ਈਜ਼ੀਲੀ, ਇਹਦਾ ਮਤਲਬ ਉਹਦੇ ਵਿੱਚ ਫ੍ਰਿਕਸ਼ਨ ਘੱਟ ਹੈ, ਯਾਨੀ ਕਿ ਸਾਹਮਣੇ ਫੋਰਸ ਜਿਹੜੀ ਹੈ ਘੱਟ ਲੱਗੀ ਹੈ ਫ੍ਰਿਕਸ਼ਨਲ ਕੋਲ, ਉਹ ਜਿਹੜਾ ਰੋਕਿਆ ਹੋਇਆ ਹੈ ਜਾਂ ਜਿਹੜਾ ਸਾਹਮਣੇ ਪ੍ਰੈਸ਼ਰ ਹੈ ਉਹ ਘੱਟ ਹੈ, ਠੀਕ ਹੈ, ਤਾਂ ਮੂਵਮੈਂਟ ਉਨੀ ਈਜ਼ੀਲੀ ਹੋ ਜਾਂਦੀ ਹੈ। ਤਾਂ ਦੇਖੋ ਕਿ ਜਾਂ ਇੱਥੇ ਤੁਸੀਂ ਇੱਕ ਹੋਰ ਵੀ ਲੈ ਸਕਦੇ ਹੋ ਐਗਜ਼ਾਮਪਲ, ਜਿਵੇਂ ਬਾਕਸ ਹੈ ਤਾਂ ਬਾਕਸ ਨੂੰ ਤੁਸੀਂ ਖਿੱਚ ਰਹੇ ਹੋ, ਦੈਟ ਇਜ਼ ਐਨ ਐਗਜ਼ਾਮਪਲ ਆਫ ਸਟੈਟਿਕ ਫ੍ਰਿਕਸ਼ਨ। ਜਦੋਂ ਤੁਸੀਂ ਬਾਕਸ ਫਲੋਰ ਤੇ ਪਿਆ, ਜ਼ਮੀਨ ਤੇ ਪਿਆ ਬਾਕਸ ਨੂੰ ਖਿੱਚ ਰਹੇ ਹੋ ਜਾਂ ਪੁਸ਼ ਕਰ ਰਹੇ ਹੋ ਜਾਂ ਪੁੱਲ ਕਰ ਰਹੇ ਹੋ, ਦੈਟ ਇਜ਼ ਐਨ ਐਗਜ਼ਾਮਪਲ ਆਫ ਸਟੈਟਿਕ ਫ੍ਰਿਕਸ਼ਨ। ਸਲਾਈਡਿੰਗ ਫ੍ਰਿਕਸ਼ਨ ਹੈ ਕੋਈ ਚੀਜ਼ ਸਲਾਈਡ ਕਰ ਰਹੀ ਹੈ, ਜਿਵੇਂ ਕੋਈ ਟਰੱਕ ਹੈ ਉਹਦੇ ਤੇ ਫੱਟੇ ਲਗਾਏ ਹੁੰਦੇ ਆ ਉਹਨਾਂ ਨੇ, ਹੈ ਨਾ, ਤਾਂ ਕੋਈ ਵੀ ਚੀਜ਼ ਜਿਵੇਂ ਸਿਲੰਡਰ ਉਤਾਰਨੇ ਹੁੰਦੇ ਆ ਤਾਂ ਉਹਨਾਂ ਨੇ ਇਨਕਲਾਈਨ ਪਲੇਨ ਇੱਕ ਫੱਟਾ ਲਗਾਇਆ ਹੁੰਦਾ ਤੇ ਸਿਲੰਡਰ ਰੋਲ ਹੋ ਕੇ ਉਹਦੇ ਤੋਂ ਚਲੇ ਜਾਂਦੇ ਆ।
ਕੁਛ ਚੀਜ਼ਾਂ ਇਹ ਆ ਜੇ ਸਕੁਆਇਰ ਬਾਕਸਿਸ ਹੈਗੇ ਆ, ਰੈਕਟੈਂਗੂਲਰ ਬਾਕਸਿਸ ਆ, ਉਹ ਸਲਾਈਡ ਹੋ ਕੇ ਜਾਂਦੀਆਂ ਤੇ ਇਹਦੇ 'ਚ ਤੁਸੀਂ ਦੇਖਣਾ ਕਿ ਬਾਕਸਿਸ ਕਿਹਦੇ 'ਚ ਈਜ਼ੀਲੀ ਮੂਵ ਕਰ ਜਾਂਦੇ ਆ, ਜਿਨ੍ਹਾਂ ਦੇ ਵਿੱਚ ਵੀਲਸ ਲੱਗੇ ਹੁੰਦੇ ਆ ਜਾਂ ਸਲਾਈਡ ਹੋ ਸਕਦਾ ਹੈ ਜਾਂ ਸਟੈਟਿਕ ਫ੍ਰਿਕਸ਼ਨ, ਤਿੰਨਾਂ ਦੇ ਵਿੱਚੋਂ। ਤੇ ਜਿਹੜਾ ਬੇਬੀ ਵਾਲਾ ਐਗਜ਼ਾਮਪਲ ਦਿੱਤਾ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਟਰੋਲੀ ਦੇ ਵਿੱਚ ਬੱਚੇ ਨੂੰ ਈਜ਼ੀਲੀ ਮੂਵ ਕਰ ਸਕਦੇ ਹੋ ਕਿਉਂਕਿ ਉਹਦੇ ਨੀਚੇ ਰੋਲਰਸ ਲੱਗੇ ਹੋਏ ਆ, ਵੀਲਸ ਹੈ ਜੋ ਕਿ ਰੋਲ ਹੁੰਦੇ ਆ। ਸੋ ਦੈਟ ਇਜ਼ ਐਨ ਐਗਜ਼ਾਮਪਲ ਆਫ ਰੋਲਿੰਗ ਫ੍ਰਿਕਸ਼ਨ। ਇਹਦਾ ਮਤਲਬ ਕਿ ਆਪਸ਼ਨ ਸੀ ਇਜ਼ ਦਾ ਕਰੈਕਟ ਆਂਸਰ, ਕਿਉਂਕਿ ਜਿਹਦੇ ਵਿੱਚ ਸਟੈਟਿਕ ਦੇ ਵਿੱਚ ਜ਼ਿਆਦਾ ਫ੍ਰਿਕਸ਼ਨ ਹੈ, ਫਿਰ ਸਲਾਈਡਿੰਗ ਦੇ ਵਿੱਚ ਸਭ ਤੋਂ ਘੱਟ ਰੋਲਿੰਗ ਫ੍ਰਿਕਸ਼ਨ ਹੈ। The 17th question, it is difficult to walk on ice because of less। ਅਸੀਂ ਜਿਹੜੀ ਸਨੋ ਹੈ, ਬਰਫ਼ ਗਿਰਦੀ ਹੈ, ਜਦੋਂ ਜੰਮ ਜਾਂਦੀ ਹੈ ਉਹਦੇ 'ਤੇ ਮੂਵ ਕਰਨਾ ਮੁਸ਼ਕਿਲ ਹੋ ਜਾਂਦਾ। ਕਿਉਂ? ਕਿਉਂਕਿ obvious ਹੈ ਕੀ ਲੈਸ ਹੈ, ਬਿਕੋਜ਼ ਆਫ ਲੈਸ frictional force, यानी कि B option is the right answer। Then question 18, why tires are made circular? Option C, A option, because rolling friction is less than sliding friction. A option is right answer। Question 19, soles of our shoes wear out because of C option, that is friction is the right answer। So this is all for this chapter, friction। I hope you understood this chapter quite well. So better learn these all and revise them for your exams, upcoming NAS exam also, and for your September terminals also। Thank you।